Subscribe this channel. ਅੱਜ ਦਾ ਟੌਪਿਕ ਹੈਗਾ ਹਾਰਵਰਡ ਆਰਕੀਟੈਕਚਰ। ਹਾਰਵਰਡ ਆਰਕੀਟੈਕਚਰ ਕੀ ਹੁੰਦਾ ਹੈ? ਇੱਕ ਕੰਪਿਊਟਰ ਦੇ ਆਰਕੀਟੈਕਚਰ ਦੀ ਟਾਈਪ ਹੈ ਜਿਹੜੀ ਇਹਨੂੰ ਕੀ ਕਰਦੀ ਹੈ, ਮੈਮਰੀ ਨੂੰ ਸੈਪਰੇਟ ਕਰਦੀ ਹੈ ਡਿਫਰੈਂਟ ਟੂ ਪਾਰਟਸ ਦੇ ਵਿੱਚ, ਜਿਹਦੇ ਨਾਲ ਕੀ ਹੁੰਦਾ, ਜਿਹੜਾ ਡੇਟਾ ਅਤੇ ਇੰਸਟਰਕਸ਼ਨਸ ਹੁੰਦੀਆਂ ਨੇ ਉਹ ਵੀ ਜਿਹੜੀਆਂ ਸੈਪਰੇਟਲੀ ਸਟੋਰ ਹੁੰਦੀਆਂ ਨੇ। ਠੀਕ ਹੈ, ਇਹ ਜਿਹੜਾ ਆਰਕੀਟੈਕਚਰ ਹੈ ਆਲਸੋ ਹੈਜ਼ ਸੈਪਰੇਟ ਬੱਸਿਸ ਫॉर ਡੇਟਾ ਟਰਾਂਸਫਰ ਐਂਡ ਇੰਸਟਰਕਸ਼ਨ ਫੈਚਿਸ। ਇਹ ਬੱਸਿਸ ਨੂੰ ਵੀ मतलब कि अलग अलग करता है भी वो जी अलग अलग बसिस ने डेटा ट्रांसफर अलग करन और इंस्ट्रक्शन ऑफ फैच भी अलग करन। ठीक है, दिस अलाउज द CPU टू फैच डेटा एंड इंस्ट्रक्शन एट सेम टाइम। CPU ਨੂੰ ਅਲਾउ ਕਰਦਾ ਹੈ ਵੀ ਡੇਟਾ ਤੇ ਇੰਸਟਰਕਸ਼ਨ ਨੂੰ ਸੇਮ ਟਾਈਮ ਦੇ ਉੱਪਰ ਫੈਚ ਕੀਤਾ ਜਾਵੇ। ਠੀਕ ਹੈ, ਜਿਵੇਂ ਦਾ ਡਾਇਗਰਾਮ ਦਿੱਤਾ ਹੋਇਆ ਹੈ, ਡਾਇਗਰਾਮ ਦੇ ਵਿੱਚ ਕੀ ਹੈ, ਇਨਪੁਟ ਆਊਟਪੁੱਟ ਡਿਵਾਈਸਿਸ ਨੇ। ਠੀਕ ਹੈ, ਉਹ ਕਨੈਕਟਡ ਨੇ CPU ਦੇ ਨਾਲ। ਠੀਕ ਹੈ, CPU ਸੈਂਟਰ ਦੇ ਵਿੱਚ ਹੈ। CPU ਕੀ ਕਰਦਾ ਹੈ, ਪ੍ਰੋਗਰਾਮ ਦੀ ਜਿਹੜੀ ਮੈਮਰੀ ਹੈ ਉਹਨੂੰ ਵੀ ਸੇਮ ਟਾਈਮ 'ਤੇ ਲੈ ਰਿਹਾ, ਔਰ ਉੱਧਰ ਡੇਟਾ ਮੈਮਰੀ ਹੈ, ਡੇਟਾ ਮੈਮਰੀ ਨੂੰ ਵੀ ਸੇਮ ਟਾਈਮ 'ਤੇ ਅਸੈਸ ਕਰ ਰਿਹਾ। ਮਤਲਬ ਕਿ ਦੋਨਾਂ ਚੀਜ਼ਾਂ ਨੂੰ ਇਹ ਸੇਮ ਟਾਈਮ ਦੇ ਉੱਪਰ ਅਸੈਸ ਕਰਦਾ, ਚਾਹੇ ਉਹ ਐਡਰੈਸ ਲੈਣਾ ਹੋਵੇ ਡੇਟਾ ਦਾ ਅਤੇ ਚਾਹੇ ਉਹ ਡੇਟਾ ਕਲੈਕਟ ਕਰਨਾ ਹੋਵੇ ਡੇਟਾ ਮੈਮਰੀ ਤੋਂ। ਠੀਕ ਹੈ, ਇਸ ਤੋਂ ਪਹਿਲਾਂ ਤੁਸੀਂ ਵੌਨ ਨਿਊਮਨ ਆਰਕੀਟੈਕਚਰ ਕੀਤਾ ਸੀ ਨਾ, ਬਿਲਕੁਲ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀ, ਜਿਹਦੇ ਵਿੱਚ ਕੀ ਸੀ, ਨੋਰਮਲ ਸੀ। ਠੀਕ ਹੈ, ਜਿਹਦੇ 'ਚ ਇੱਕ ਸਾਈਡ 'ਤੇ ਇਨਪੁਟ ਡਿਵਾਈਸ, ਸੈਂਟਰਲ 'ਚ ਸੈਂਟਰਲ ਪ੍ਰੋਸੈਸਿੰਗ ਯੂਨਿਟ, ਉਹਦੇ 'ਚ ਕੰਟਰੋਲ ਯੂਨਿਟ, ਅਰਿਥਮੈਟਿਕ ਯੂਨਿਟ, ਮੈਮਰੀ ਯੂਨਿਟ ਔਰ ਆਊਟਪੁੱਟ ਡਿਵਾਈਸਿਸ। ਠੀਕ ਹੈ, ਇਹ ਜਿਹੜਾ ਤੁਸੀਂ ਆਰਕੀਟੈਕਚਰ ਕੀਤਾ ਸੀ। ਅਤੇ ਜਿਹੜਾ ਵੌਨ ਨਿਊਮਨ ਆਰਕੀਟੈਕਚਰ, ਇਹਦੇ ਵਿੱਚ ਕੀ ਹੁੰਦਾ, ਇਹਦਾ ਡਾਇਗਰਾਮ ਇਹ ਵਾਲਾ ਹੁੰਦਾ, ਜਿਹਦੇ 'ਚ ਇੱਕ ਸਾਈਡ 'ਤੇ ਕੀ ਹੁੰਦੀ ਹੈ, ਪ੍ਰੋਗਰਾਮ ਮੈਮਰੀ, ਇੰਸਟਰਕਸ਼ਨਸ ਐਂਡ ਸੈਕੰਡਰੀ ਡੇਟਾ। ਫਿਰ ਕੀ ਹੈ, ਉਸ ਤੋਂ ਬਾਅਦ CPU ਆ ਜਾਂਦਾ, ਜਿਹਦੇ ਵਿੱਚ ਇੰਸਟਰਕਸ਼ਨ ਕੈਸ਼ੇ ਹੁੰਦਾ। ਉਸ ਤੋਂ ਬਾਅਦ ਡੇਟਾ ਮੈਮਰੀ ਆ ਜਾਂਦੀ, ਡੇਟਾ ਮੈਮਰੀ ਤੋਂ ਬਾਅਦ ਇਨਪੁਟ ਆਊਟਪੁੱਟ ਕੰਟਰੋਲਰ ਆ ਜਾਂਦਾ। ਠੀਕ ਹੈ, ਸਭ ਤੋਂ ਪਹਿਲਾਂ ਕੀ ਹੁੰਦਾ, ਸਭ ਤੋਂ ਪਹਿਲਾਂ CPU ਕੀ ਕਰਦਾ, CPU ਪ੍ਰਾਇਮਰੀ ਮੈਮਰੀ, ਪ੍ਰੋਗਰਾਮ ਮੈਮਰੀ ਹੈ ਜਿਹੜਾ ਉਹਦਾ ਡੇਟਾ ਬੱਸ ਦੇ ਨਾਲ ਔਰ ਐਡਰੈਸ ਬੱਸ ਦੇ ਨਾਲ ਐਡਰੈਸ ਲੈਂਦਾ, ਔਰ ਡੇਟਾ ਬੱਸ ਦੇ ਥਰੂ ਡੇਟਾ ਨੂੰ ਟਰਾਂਸਫਰ ਕਰਦਾ। ਔਰ ਸੇਮ ਡੇਟਾ ਮੈਮਰੀ ਦੇ ਨਾਲ ਸੇਮ ਟਾਈਮ ਦੇ ਉੱਪਰ ਮਤਲਬ ਕਿ ਡੇਟਾ ਮੈਮਰੀ ਦੀ ਐਡਰੈਸ ਬੱਸ ਦੇ ਥਰੂ ਐਡਰੈਸ ਭੇਜ ਰਿਹਾ ਹੁੰਦਾ, ਅਤੇ ਉਹਦੇ ਤੋਂ ਡੇਟਾ ਮੈਮਰੀ ਤੋਂ ਡੇਟਾ ਬੱਸ ਦੇ ਥਰੂ ਡੇਟਾ ਵੀ ਲੈ ਰਿਹਾ ਹੁੰਦਾ। ਠੀਕ ਹੈ, ਔਰ ਉਸ ਤੋਂ ਬਾਅਦ ਜਿਹੜਾ ਇਨਪੁਟ ਆਊਟਪੁੱਟ ਕੰਟਰੋਲਰ ਹੈ, ਉਹ ਇਨਪੁਟ ਆਊਟਪੁੱਟ ਡਿਵਾਈਸਿਸ ਨੂੰ ਡੇਟਾ ਜਿਹੜਾ ਉਹ ਟਰਾਂਸਫਰ ਕਰ ਰਿਹਾ ਹੁੰਦਾ। ਇਹ ਹੈਗਾ ਹਾਰਵਰਡ ਆਰਕੀਟੈਕਚਰ। ਔਰ ਜਿਹੜਾ ਫਸਟ ਹਾਰਵਰਡ ਕੰਪਿਊਟਰ ਸੀ ਉਹ 1947 ਦੇ ਵਿੱਚ ਇੰਟਰੋਡਿਊਸ ਹੋਇਆ ਸੀ। ਠੀਕ ਹੈ, ਅਤੇ ਉਹਨੂੰ ਬਾਅਦ ਦੇ ਵਿੱਚ ਕੀ ਕੀਤਾ ਸੀ, ਮਾਡਰਨ ਟਾਈਮ ਦੇ ਵਿੱਚ ਉਹਨੂੰ ਵੌਨ ਨਿਊਮਨ ਆਰਕੀਟੈਕਚਰ ਬਣਾ ਦਿੱਤਾ ਗਿਆ ਸੀ। ਠੀਕ ਹੈ, ਇਹ ਕੀ ਸੀ, ਇਹ ਮੈਮਰੀ ਮਤਲਬ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ, ਮੈਮਰੀ ਇੰਸਟਰਕਸ਼ਨਾਂ ਅਤੇ ਡੇਟੇ ਨੂੰ ਸੈਪਰੇਟ ਕਰਦਾ, ਸੈਪਰੇਟ ਬੱਸਿਸ ਦੇ ਥਰੂ ਡੇਟਾ ਜਿਹੜਾ ਟਰਾਂਸਫਰ ਹੁੰਦਾ। ਠੀਕ ਹੈ, ਇਹ ਵੀ ਮਤਲਬ ਕਿ ਮੋਰ ਕੰਪਲੈਕਸ ਸੀ, ਵੀ ਕੰਟਰੋਲ ਕਰਨਾ, ਵੀ ਹੈਂਡਲ ਵੀ ਦੋ ਅਲੱਗ ਅਲੱਗ ਬੱਸਿਸ ਨੂੰ ਹੈਂਡਲ ਕਰਨਾ ਇੱਕ ਟਾਈਮ ਦੇ ਉੱਪਰ, ਇਹ ਥੋੜ੍ਹਾ ਕੰਪਲੈਕਸ ਸੀ। ਠੀਕ ਹੈ, ਮਤਲਬ ਕਿ ਇਹਦੇ 'ਚ ਇੰਸਟਰਕਸ਼ਨਾਂ ਅਤੇ ਡੇਟਾ ਟਰਾਂਸਫਰ ਇੱਕ ਮਤਲਬ ਕਿ ਸੇਮ ਟਾਈਮ ਲੈਂਦਾ ਸੀ ਫੈਚ ਹੋਣ ਵਾਸਤੇ। ਠੀਕ ਹੈ, ਹਾਰਵਰਡ ਇਕੁਅਲ ਟੂ ਯੂਜ਼ਿਸ ਟੂ ਸੈਪਰੇਟ ਬੱਸਿਸ ਫॉर द ट्रांसफर ऑफ डेटा एंड इंस्ट्रक्शन एंड टू सेपरेट मेमोरीज फॉर स्टोरेज ऑफ डेटा एंड इंस्ट्रक्शन। ठीक है, ਦੋ ਸੈਪਰੇਟ ਬੱਸਿਸ ਲੈਂਦਾ ਸੀ ਟਰਾਂਸਫਰ ਵਾਸਤੇ ਔਰ ਇੰਸਟਰਕਸ਼ਨਾਂ ਵਾਸਤੇ, ਅਤੇ ਦੋ ਸੈਪਰੇਟ ਮੈਮਰੀਜ਼ ਯੂਜ਼ ਕਰਦਾ ਸੀ ਸਟੋਰੇਜ ਵਾਸਤੇ। ਠੀਕ ਹੈ, ਔਰ ਜਿਹੜਾ ਫਸਟ ਹਾਰਵਰਡ ਕੰਪਿਊਟਰ ਸੀ ਉਹ 1947 ਦੇ ਵਿੱਚ ਇੰਟਰੋਡਿਊਸ ਹੋਇਆ ਸੀ। ਠੀਕ ਹੈ, ਅਤੇ ਉਹਨੂੰ ਬਾਅਦ ਦੇ ਵਿੱਚ ਕੀ ਕੀਤਾ ਸੀ, ਮਾਡਰਨ ਟਾਈਮ ਦੇ ਵਿੱਚ ਉਹਨੂੰ ਵੌਨ ਨਿਊਮਨ ਆਰਕੀਟੈਕਚਰ ਬਣਾ ਦਿੱਤਾ ਗਿਆ ਸੀ। ਠੀਕ ਹੈ, ਇਹ ਕੀ ਸੀ, ਇਹ ਮੈਮਰੀ ਮਤਲਬ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ, ਮੈਮਰੀ ਇੰਸਟਰਕਸ਼ਨਾਂ ਅਤੇ ਡੇਟੇ ਨੂੰ ਸੈਪਰੇਟ ਕਰਦਾ, ਸੈਪਰੇਟ ਬੱਸਿਸ ਦੇ ਥਰੂ ਡੇਟਾ ਜਿਹੜਾ ਟਰਾਂਸਫਰ ਹੁੰਦਾ। ਠੀਕ ਹੈ, ਇਹ ਵੀ ਮਤਲਬ ਕਿ ਮੋਰ ਕੰਪਲੈਕਸ ਸੀ, ਵੀ ਕੰਟਰੋਲ ਕਰਨਾ, ਵੀ ਹੈਂਡਲ ਵੀ ਦੋ ਅਲੱਗ ਅਲੱਗ ਬੱਸਿਸ ਨੂੰ ਹੈਂਡਲ ਕਰਨਾ ਇੱਕ ਟਾਈਮ ਦੇ ਉੱਪਰ, ਇਹ ਥੋੜ੍ਹਾ ਕੰਪਲੈਕਸ ਸੀ। ਠੀਕ ਹੈ, ਮਤਲਬ ਕਿ ਇਹਦੇ 'ਚ ਇੰਸਟਰਕਸ਼ਨਾਂ ਅਤੇ ਡੇਟਾ ਟਰਾਂਸਫਰ ਇੱਕ ਮਤਲਬ ਕਿ ਸੇਮ ਟਾਈਮ ਲੈਂਦਾ ਸੀ ਫੈਚ ਹੋਣ ਵਾਸਤੇ। ਠੀਕ ਹੈ, ਹਾਰਵਰਡ ਇਕੁਅਲ ਟੂ ਯੂਜ਼ਿਸ ਟੂ ਸੈਪਰੇਟ ਬੱਸਿਸ ਫॉर द ट्रांसफर ऑफ डेटा एंड इंस्ट्रक्शन एंड टू सेपरेट मेमोरीज फॉर स्टोरेज ऑफ डेटा एंड इंस्ट्रक्शन। ठीक है, ਦੋ ਸੈਪਰੇਟ ਬੱਸਿਸ ਲੈਂਦਾ ਸੀ ਟਰਾਂਸਫਰ ਵਾਸਤੇ ਔਰ ਇੰਸਟਰਕਸ਼ਨਾਂ ਵਾਸਤੇ, ਅਤੇ ਦੋ ਸੈਪਰੇਟ ਮੈਮਰੀਜ਼ ਯੂਜ਼ ਕਰਦਾ ਸੀ ਸਟੋਰੇਜ ਵਾਸਤੇ। ਠੀਕ ਹੈ, ਨੈਕਸਟ ਟੌਪਿਕ ਹੈਗਾ ਸਟੈਕ ਆਰਗੇਨਾਈਜੇਸ਼ਨ। ਸਟੈਕ ਆਰਗੇਨਾਈਜੇਸ਼ਨ ਕੀ ਹੁੰਦੀ ਹੈ? ਅ ਯੂਜ਼ਫੁਲ ਫੀਚਰ ਦੈਟ ਇਜ਼ ਇਨਕਲੂਡਡ ਇਨ ਦ CPU ਮੋਸਟ ਕੰਪਿਊਟਰ ਇਜ਼ ਅ ਸਟੈਕ ਔਰ ਲਾਸਟ ਇਨ ਫਸਟ ਆਊਟ ਲਿਸਟ। ਠੀਕ ਹੈ, ਸਟੈਕ ਕੀ ਹੁੰਦਾ? ਸਟੈਕ ਇੱਕ ਸਟੋਰੇਜ ਡਿਵਾਈਸ ਦੀ ਤਰ੍ਹਾਂ ਕੰਮ ਕਰਦਾ, ਜਿਹੜਾ ਇਨਫੋਰਮੇਸ਼ਨ ਨੂੰ ਸਟੋਰ ਕਰਦਾ। ਠੀਕ ਹੈ, ਜਿਹੜਾ ਮਤਲਬ ਕਿ ਕਿਸ ਤਰ੍ਹਾਂ ਇਨਫੋਰਮੇਸ਼ਨ ਨੂੰ ਸਟੋਰ ਕਰਦਾ, ਲਾਸਟ ਇਨ ਫਸਟ ਆਊਟ ਮੈਥਡ ਹੈ ਜਿਹੜਾ ਉਹ 'ਚ ਯੂਜ਼ ਹੁੰਦਾ। ਮਤਲਬ ਕਿ ਜਿਹੜੀ ਚੀਜ਼ ਆਪਾਂ ਲਾਸਟ ਦੇ ਉੱਪਰ ਪਾਈ
वो सब तो पहला बाहर आएगी। ठीक है, मतलब कि कोई भी अपने को डिस्कां का पैक है, आप डिस्कां पाई जाने और सब तो उपर जी डिस्क होगी मतलब कि सब तो लास्ट से पाई आप वो सब तो पहला कटांगे आप। ठीक है, लास्ट इन फस्ट आउट मतलब कि की है स्टैक। ठीक है, स्टैक की होंदा उवें किसी भी डेटे नूं एक मतलब कि ਉਹਦੇ ਵਿੱਚ कलैक्ट करना। ठीक है, स्टोरेज ये दो तरह का होंदा, एक रजिस्टर स्टैक और एक मैमरी स्टैक। रजिस्टर स्टैक की होंदा है, a stack can be placed in a portion of large memory or it can be organized as a collection of finite number of memory। तो ये मतलब कि लार्ज मैमरी ਦੇ ਵਿੱਚ ਜਦੋਂ ਡੇਟਾ ਪਲੇਸ ਹੁੰਦਾ ਹੈ, ਠੀਕ ਹੈ, ਵਰਡਸ ਔਰ ਰਜਿਸਟਰਸ ਨੂੰ ਪਲੇਸ ਕੀਤਾ ਜਾਂਦਾ ਹੈ। ਠੀਕ ਹੈ, ਜਿਵੇਂ ਫਿਗਰ ਦਿੱਤੀ ਹੋਈ ਹੈ, ਫਿਗਰ ਦੇ ਵਿੱਚ ਕੀ ਸ਼ੋ ਕਰ ਰਿਹਾ ਆਰਗੇਨਾਈਜੇਸ਼ਨ ਆਫ 64 ਵਰਡ ਰਜਿਸਟਰ ਸਟੈਕ। 64 वर्ड्स रजिस्टर स्टैक दी मतलब कि शो किया होया, देखो इस साइड के उपर 0 तो लैके 63 तक मतलब कि 64 ये रजिस्टर वर्ड ने वो स्टोर किए गए हैं। ठीक है, और जो SP है, ठीक है, वो की करता है स्टैक पॉइंटर रजिस्टर SP। ठीक है, यह स्टैक पॉइंटर रजिस्टर है बाइनरी नंबर नूं जिहदी वैल्यू इक्वल होवे एड्रैस ऑफ द वर्ड दैट इज़ करंटली ऑन द टॉप ऑफ द स्टैक। उस वर्ड के मतलब कि ਉਹਦੇ ਉਹ ਵੈਲਿਊ ਨੂੰ ਦੇਖਦਾ ਹੈ ਵੀ ਜਿਹਦੀ ਵੈਲਿਊ ਜਿਹੜੀ ਇਕੁਅਲ ਹੋਵੇ, ਕਿਹਦੇ ਇਕੁਅਲ ਹੋਵੇ, ਉਸ ਵਰਡ ਦੇ ਐਡਰੈਸ ਦੇ ਇਕੁਅਲ ਹੋਵੇ ਜਿਹੜਾ ਸਭ ਤੋਂ ਸਟੈਕ ਦੇ ਵਿੱਚ ਸਭ ਤੋਂ ਟੌਪ ਦੇ ਉੱਪਰ ਹੈ। ਠੀਕ ਹੈ, 3 ਆਈਟਮਸ ਪਲੇਸਡ ਇਨ ਅ ਸਟੈਕ A B C। ਠੀਕ ਹੈ, 3 ਆਈਟਮਾਂ ਸਟੈਕ ਦੇ ਵਿੱਚ ਪਾਈਆਂ ਗਈਆਂ ਨੇ। ਠੀਕ ਹੈ, ਆਰਡਰ ਦੇ ਵਿੱਚ ਆਈਟਮ C ਹੈ ਜਿਹੜੀ ਉਹ ਸਭ ਤੋਂ ਉੱਪਰ ਹੈ, ਦੇਖੋ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਹੋਇਆ ਸਟੈਕ ਹੈ, ਸੋ ਵੀ ਜਿਹੜਾ SP ਹੈ ਉਹ ਕਿਹਨੂੰ ਲਊਗਾ, ਕਿਹਨੂੰ ਕਲੈਕਟ ਕਰੂਗਾ, ਸਭ ਤੋਂ ਪਹਿਲਾਂ ਉਹ ਕਲੈਕਟ ਕਰੂਗਾ C ਨੂੰ ਜਿਹੜਾ ਕਿਹਦੇ ਤੇ 3 ਨੰਬਰ ਦੇ ਉੱਪਰ ਹੈ। ਠੀਕ ਹੈ, ਇਹ ਰਿਮੂਵ ਕਰ ਦੂਗਾ ਟੌਪ ਆਈਟਮ ਨੂੰ। ਸਟੈਕ ਇਜ਼ ਪੌਪਡ ਬਾਈ ਰੀਡਿੰਗ ਦਾ ਮੈਮਰੀ ਵਰਡ ਐਟ ਐਡਰੈਸ 3 ਐਂਡ ਡਿਕਰੀਮੈਂਟ ਦਾ ਕੰਟੈਂਟ ਆਫ SP। ਠੀਕ ਹੈ, मतलब कि उस वर्ड मैमरी वर्ड ਨੂੰ ਕੀ ਕਰ ਦੂਗਾ, ਉੱਥੋਂ ਰਿਮੂਵ ਕਰ ਦੂਗਾ ਪੌਪਡ। ਠੀਕ ਹੈ, ਜਦੋਂ ਰਿਮੂਵ ਕਰਨਾ ਹੁੰਦਾ ਉਹਨੂੰ ਪੌਪਡ ਅਪ ਕਵਾਂਗੇ। ਠੀਕ ਹੈ, ਤੇ ਆਈਟਮ B ਇਜ਼ ਨਾਓ ਔਨ ਦਾ ਟੌਪ। ਹੁਣ ਜਦੋਂ C ਨਿਕਲ ਗਈ ਤਾਂ B ਉੱਪਰ ਚੱਲ ਜੂਗੀ। ਠੀਕ ਹੈ, B ਉੱਪਰ ਚੱਲ ਗਈ। ਠੀਕ ਹੈ, ਇਹ ਐਡਰੈਸ ਕਿਹੜੇ ਨੰਬਰ 'ਤੇ ਸੀ, ਉਹ 2 ਨੰਬਰ ਦੇ ਉੱਪਰ। ਜਦੋਂ ਆਪਾਂ ਕੋਈ ਵੀ ਨਵੀਂ ਮਤਲਬ ਕਿ ਆਈਟਮ ਜੇ ਵਿੱਚ ਇਹਦੇ ਐਡ ਕਰਨੀ ਹੈ ਤਾਂ ਆਪਾਂ ਉਹਨੂੰ ਕੀ ਕਹਾਂਗੇ, ਪੁਸ਼ਡ। ਠੀਕ ਹੈ, ਜਦੋਂ ਬਾਹਰ ਕੱਢਣੀ ਹੈ ਪੌਪਡ, ਜਦੋਂ ਵਿੱਚ ਐਂਟਰ ਕਰਨੀ ਹੈ ਤਾਂ ਆਪਾਂ ਕਹਾਂਗੇ ਪੁਸ਼ਡ। ਠੀਕ ਹੈ, ਉਹ SP ਦੇ ਵਿੱਚ ਇੰਕਰੀਮੈਂਟ ਕੀਤਾ ਜਾਊਗਾ। ਠੀਕ ਹੈ, ਤੇ ਨੈਕਸਟ ਹਾਇਰ ਲੋਕੇਸ਼ਨ ਦੇ ਉੱਪਰ ਉਹਨੂੰ ਭੇਜ ਦਿੱਤਾ ਜਾਊਗਾ। ਇਹਦੇ 'ਚ ਕੀ ਜਿਹੜੀ C ਹੈ, ਡਾਟਾ C ਨਾਮ ਦਾ ਫਿਜ਼ੀਕਲੀ ਰਿਮੂਵ ਹੋ ਚੁੱਕਿਆ ਹੋਊਗਾ। ਠੀਕ ਹੈ, ਜਿਹੜਾ ਸਟੈਕ ਪੁਆਇੰਟਰ ਹੈ, ਠੀਕ ਹੈ, ਉਹ ਕੀ ਕਰਦਾ, ਉਹ ਮਤਲਬ ਕਿ 64 ਵਰਡ ਸਟੈਕ ਹੈ ਜਿਹੜਾ, ਉਹਦੇ 'ਚ ਜਿਹੜਾ ਸਟੈਕ ਪੁਆਇੰਟਰ ਕੰਟੇਨ ਕਰਦਾ 6 ਬਿਟਸ, ਬਿਕੋਜ਼ 2 ਦੀ ਪਾਵਰ 6 ਇਕੁਅਲ ਟੂ ਕਿੰਨਾ ਹੁੰਦਾ, 64। ਠੀਕ ਹੈ, ਠੀਕ ਹੈ, ਇਹ ਸੀ ਸਾਰਾ मतलब कि ਤੁਸੀਂ ਇਹਨੂੰ ਰੀਡ ਕਰ ਸਕਦੇ ਹੋ। ਇਹਦੇ ਵਿੱਚ ਸਾਰੀ ਉਹਦੀ ਕੋਡਿੰਗ ਦਿੱਤੀ ਹੋਈ ਵੀ ਕਿਵੇਂ ਕਿਵੇਂ ਜਿਹੜਾ ਪੁਸ਼ ਔਰ ਪੌਪ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਮੈਮਰੀ ਸਟੈਕ ਦੇ ਵਿੱਚ ਕੀ ਹੈ, ਜਿਹੜਾ ਸਟੈਕ ਕੈਨ ਐਗਜ਼ਿਸਟ ਐਜ਼ ਅ ਸਟੈਂਡ ਅਲੋਨ ਯੂਨਿਟ ਐਜ਼ ਅ ਫਿਗਰ 3 ਔਰ ਕੈਨ ਬੀ ਇੰਪਲੀਮੈਂਟਡ ਰੈਂਡਮ ਐਕਸੈਸ ਮੈਮਰੀ ਅਟੈਚਡ ਟੂ ਅ CPU। ਦ ਇੰਪਲੀਮੈਂਟੇਸ਼ਨ ਆਫ ਸਟੈਕ ਇਨ ਦ CPU ਇਜ਼ ਡਨ ਬਾਈ ਅਸਾਈਨਿੰਗ ਅ ਪੋਰਸ਼ਨ ਆਫ ਮੈਮਰੀ ਟੂ ਅ ਸਟੈਕ। ਜਦੋਂ मतलब कि कोई भी स्टैक है ਉਹਨੂੰ ਮੈਮਰੀ ਦੇ ਵਿੱਚ ਜਗ੍ਹਾ ਦਿੱਤੀ, ਉਹਨੂੰ ਮੈਮਰੀ ਦਿੱਤੀ ਜਾਂਦੀ ਹੈ ਸਟੋਰੇਜ ਵਾਸਤੇ, ਉਹਨੂੰ ਕੀ ਕਹਿੰਦਾ, ਮੈਮਰੀ ਸਟੈਕ। ਠੀਕ ਹੈ, ਨੈਕਸਟ ਪੇਜ ਦੇ ਉੱਪਰ ਆਪਣੇ ਕੋਲ ਡਾਇਗਰਾਮ ਆ, ਉਹਦੇ ਵਿੱਚ ਕੀ ਹੈ, 3 ਸੈਗਮੈਂਟਸ ਨੇ, ਪ੍ਰੋਗਰਾਮ, ਡੇਟਾ ਐਂਡ ਸਟੈਕ। ਜਿਹੜਾ ਪ੍ਰੋਗਰਾਮ ਕਾਊਂਟਰ ਹੈ ਉਹ ਐਡਰੈਸ ਕਰਦਾ ਨੈਕਸਟ ਇੰਸਟਰਕਸ਼ਨ ਨੂੰ, ਤੇ ਜਿਹੜਾ ਐਡਰੈਸ ਰਜਿਸਟਰ AR ਉਹ ਪੁਆਇੰਟ ਕਰਦਾ ਐਰੇ ਆਫ ਡੇਟੇ ਨੂੰ। ਠੀਕ ਹੈ, ਦੇਖੋ PC ਪ੍ਰੋਗਰਾਮ ਕਾਊਂਟਰ, ਐਡਰੈਸ ਰਜਿਸਟਰ ਔਰ ਸਟੈਕ ਪੁਆਇੰਟਰ ਰਜਿਸਟਰ। ठीक है, मैमरी यूनिट दिता है जिहदे प्रोग्राम ने, डेटा और स्टैक है। ठीक है, डेटा रजिस्टर एड्रैस कर रहे, इधर एड्रैसिस दिते होने, इस हिसाब नाल मैमरी दे विच इन्हां एड्रैसिस दे उपर जाके जिहड़ा डेटा वो स्टोर हुंदा मैमरी स्टैक दे थ्रू। ठीक है, इहदे विच इह की ने जिहड़े मतलब कि 3 कनैक्ट हुंदे ने। ठीक है, ਜਿਹੜਾ PC है वह फैच करता फेज़ ਨੂੰ, रीड करता इंस्ट्रक्शनों ਨੂੰ। AR की करता यह मतलब कि एड्रैस ਨੂੰ फाइंड आउट करता। SP है ਜਿਹੜਾ ਉਹ पुश और पॉप आइटम्स यूज़ करता मतलब कि स्टैक ਦੇ ਵਿੱਚ ਵੀ, मतलब कि उन्होंने आइटमां ਨੂੰ बाहर भी ਕੱਢਦਾ और उन्होंने ਵਿੱਚ इंसर्ट भी करता नवी आइटमां। ठीक है, मतलब कि जिमें SP है 4001 है। ठीक है, ਜਿਹੜਾ स्टैक ग्रोज विद डिक्रीजिंग एड्रैस, मतलब कि 4000, 399, ठीक है, 3000 ਐਵੇਂ मतलब कि ਉਹ ਨੀਚੇ ਨੂੰ ਆਊਗਾ ਹਮੇਸ਼ਾ, ਡਿਕਰੀਮੈਂਟ ਦੇ ਰੂਪ ਦੇ ਵਿੱਚ ਜਿਹੜਾ ਡੇਟਾ ਉਹ
ਆਏਗਾ। ਜੇ ਨੀਚੇ ਦਿੱਤਾ ਹੈ SP ਇਕੁਅਲ ਟੂ SP ਮਾਈਨਸ 1, ਮਤਲਬ ਕਿ ਇੱਕ ਇੱਕ ਪੁਆਇੰਟ ਹੈ ਜਿਹੜਾ ਉਹ ਘਟਦਾ ਜਾਏਗਾ। ਠੀਕ ਹੈ, ਓਕੇ। ਤੇ ਜਦੋਂ ਮਤਲਬ ਕਿ ਡੇਟਾ ਰਜਿਸਟਰ ਦੇ ਵਿੱਚ ਡੇਟਾ ਚੱਲ ਜਾਂਦਾ, ਜਦੋਂ ਮਤਲਬ ਕਿ ਡੇਟਾ ਰਜਿਸਟਰ ਤੋਂ ਅੱਗੇ ਇੰਕਰੀਮੈਂਟ ਕਰਨਾ ਤਾਂ ਇੱਕ ਇੱਕ ਇੰਕਰੀਮੈਂਟ ਹੋਏਗਾ ਸਟੈਕ ਪੁਆਇੰਟਰ ਰਜਿਸਟਰ ਦੇ ਵਿੱਚ। ਠੀਕ ਹੈ, ਇਹ ਸੀ ਆਪਣਾ ਅੱਜ ਦਾ ਟੌਪਿਕ, ਹਾਰਵਰਡ ਆਰਕੀਟੈਕਚਰ ਔਰ ਸਟੈਕ ਰਜਿਸਟਰਸ। ਥੈਂक्स एवरीवन।